ਸਾਡਾ ਕਿਸਾਨ ਸਾਡਾ ਮਾਣ, ਸਾਡਾ ਕਿਸਾਨ ਸਾਡਾ ਮਾਣ। ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਕਿਸਾਨ ਏਕਤਾ ਜਿੰਦਾਬਾਦ। ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਜਿਹੜੇ ਉਹਨਾਂ ਕੇਂਦਰ ਦੇ ਕਾਲੇ ਕਾਨੂੰਨ ਪਾਸ ਕੀਤੇ ਆ, ਆਉਣ ਵਾਲੇ ਟਾਈਮ ਦੇ ਵਿੱਚ ਮੀਟਿੰਗਾਂ ਹੋਣੀਆਂ ਜ਼ਰੂਰੀ ਹੈ। ਮੀਟਿੰਗਾਂ ਦੇ ਨਾਲ ਗੱਲ ਕਰਨ ਦੇ ਨਾਲ ਕੀ ਹੱਲ ਹੋਣਾ ਕਾਰ इस पहले एमएसपी खत्म है 900 रुपये ने झोना फाइल के पहुंचे पहले ध्यान की करेगा कि किसान को तो 26 पंक्तियां ने ये सारी अनपढ़ सरकार उत्थे जे कोई पढ़िया लिखिया होवे उन्हें सोच करे एक आप ਕਹਿ ਰਹੇ ਕਿ ਮੋਦੀ ਟਸ ਤੋਂ ਮਸ ਨਹੀਂ ਆ। ਤੁਹਾਨੂੰ ਲੱਗਦਾ ਮੋਦੀ ਟਸ ਤੋਂ ਮਸ ਨਹੀਂ ਆ? ਮੋਦੀ ਦੇ ਗੱਲ ਕਹਿੰਦੇ ਦਿੱਲੀ ਦੇ ਜਾ ਕੇ ਹਲਕ ਦੇ ਵਿੱਚ ਬਾਂਹ ਪਾਤੀ ਕਿਸਾਨਾਂ ਨੇ ਤੇ ਪੰਜਾਬ ਦੇ ਲੋਕਾਂ ਨੇ, ਤੇ ਉਹਨੂੰ ਸਾਹ ਨਹੀਂ ਆਣ ਡਿਆ। ਦਿੱਲੀ ਘੇਰੀ ਪਈ, ਸਾਰੇ ਕੇਂਦਰ ਦੀ ਸਰਕਾਰ ਕਵੇ ਨਾ ਕਵੇ, ਲੀਡਰ ਕਹਿਣ ਨਾ ਕਹਿਣ, ਸਾਰੀ ਦੁਨੀਆ ਨੂੰ ਨਹੀਂ ਦਿਖ ਰਿਹਾ। ਬੀਜੇਪੀ ਦੇ ਮਨ 'ਚ ਸ਼ਾਇਦ ਇੱਕ ਚੀਜ਼ ਹੈਗੀ ਆ ਕਿ ਪੰਜਾਬ ਦੀ ਸੀਟਾਂ ਦੀ ਕੋਈ ਗੱਲ ਨਹੀਂ, 2-4 ਸੀਟਾਂ ਨਹੀਂ ਜਿੱਤੀਆਂ ਜਾਣਗੀਆਂ ਤੇ ਕੋਈ ਗੱਲ ਨਹੀਂ। ਕੇਂਦਰ ਦੀ ਸਰਕਾਰ ਯੋਗਾ ਕਰਕੇ ਲੜ ਲੇਗੀ ਉਹਨਾਂ ਨਾਲ। ਉੱਥੇ ਜਦੋਂ ਕੁਰਬਾਨੀਆਂ ਦਾ ਟਾਈਮ ਆਉਂਦਾ ਤੇ ਪੰਜਾਬ ਅੱਗੇ ਮੂਹਰੇ ਕਰ ਦਿੰਦੇ ਸਿਰ ਦੇਣ ਨੂੰ। ਇਹ ਕਿਸਾਨਾਂ ਦੇ ਧਰਨੇ ਕਰਕੇ ਜੈ ਮੋਦੀ ਹੱਕ ਨਹੀਂ ਦਿੰਦੇ ਉਹਨਾਂ ਨੂੰ, ਇਸ ਕਰਕੇ ਪਈਆਂ ਪੰਜੀਰਾਂ ਉਹਨੂੰ ਦੱਸਣਾ ਚਾਹੁੰਦੇ ਆ ਆਪਾਂ ਹੀ ਕੁਝ ਕਰ ਸਕਦੇ ਹੈਗੇ ਆ। ਕਹਿੰਦੇ ਇੱਕ ਬੰਦੇ ਨੂੰ ਕਹਿੰਦੇ ਅੰਨਾ ਤੇ ਕਹਿੰਦੇ ਬਹਿਰਾ, ਮੋਦੀ ਦੋਨਾਂ ਲਾਇਆ। ਅਸੀਂ ਜਾਨਵਰ ਤੇ ਨਹੀਂ ਆ, ਫਿਰ ਅਸੀਂ ਇੱਥੋਂ ਜੰਮੇ, ਇੱਥੇ ਬਣਿਆ ਸਾਡਾ ਸਾਰਾ। ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ। ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਸਾਡਾ ਕਿਸਾਨ ਸਾਡਾ ਮਾਣ, ਸਾਡਾ ਕਿਸਾਨ ਸਾਡਾ ਮਾਣ। ਰਸਟਿੰਗ ਮੀਡੀਆ ਦੇਖ ਰਹੇ ਹੋ ਤੁਸੀਂ ਸਾਰੇ, ਤੇ ਮੈਂ ਹਾਂ ਹਰਜੀਤ ਗਰੇਵਾਲ। ਕਿਸਾਨਾਂ ਦਾ ਜਿਹੜਾ ਸੰਘਰਸ਼ ਆ ਦਿਨੋਂ ਦਿਨ ਤੇਜ਼ ਹੁੰਦਾ ਜਾ ਰਿਹਾ ਵਾ, ਅਤੇ ਉੱਥੇ ਆਮ ਜਿਹੜੇ ਵਰਗ ਦੇ ਜਿਹੜੇ ਲੋਕ ਨੇ ਉਹ ਵੀ ਜਿਹੜੇ ਕਿਸਾਨਾਂ ਦੇ ਸੰਘਰਸ਼ ਵਿੱਚ ਜਿਹੜੇ ਖੜ ਗਏ ਨੇ। ਅਸੀਂ ਅੱਜ ਖੜੇ ਹਾਂ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਤੇ, ਜਿੱਥੇ ਕਿ ਪਿਛਲੇ ਦਿਨੀ ਜਿਹੜਾ ਪ੍ਰੋਟੈਸਟ ਕੀਤਾ ਗਿਆ ਸੀ ਮੱਝ ਦੇ ਜਿਹੜੇ ਗਾੜੀ ਬੀੜ ਵਜਾ ਕੇ। ਅੱਜ ਉਸੇ ਸੁਸਾਇਟੀ ਜਿਹੜੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਡੀ ਵੱਲੋਂ ਅੱਜ ਗਲਾਂ ਵਿੱਚ ਜਿਹੜੇ ਸਿੰਗਲ ਪਾ ਕੇ ਆਪਣੇ ਆਪ ਨੂੰ ਜੀਰਾ ਪਾ ਕੇ ਜਗੜ ਕੇ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਮੋਦੀ ਸਰਕਾਰ ਦੇ ਖਿਲਾਫ। ਗੱਲਬਾਤ ਕਰ ਲੈਂਦੇ ਹਾਂ। ਹਾਂਜੀ ਵੀਰ ਜੀ, ਕੀ ਕਹਿਣਾ ਚਾਹੋਗੇ? ਅੱਜ ਤੁਸੀਂ ਜਿਹੜਾ ਪ੍ਰੋਟੈਸਟ ਕਰ ਰਹੇ ਹੋ ਗਲਾਂ ਵਿੱਚ ਜੀਰਾ ਪਾ ਕੇ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਰਸਟਿਕ ਚੈਨਲ ਦਾ ਕਿ ਜਦੋਂ ਵੀ ਅਸੀਂ ਕੋਈ ਉਪਰਾਲਾ ਕਰਦੇ ਹਾਂ ਉਹ ਸਾਡਾ ਸਾਥ ਦੇਣ ਵਾਸਤੇ ਆਉਂਦੇ ਨੇ, ਸਾਡੀ ਗੱਲ ਆਮ ਜਨਤਾ ਤੱਕ ਪਹੁੰਚਾਉਂਦੇ ਨੇ। ਜਿੱਦਾਂ ਕਿ ਤੁਸੀਂ ਵੇਖ ਰਹੇ ਸੀ, ਸਾਡੇ ਅੱਜ 2 ਮੇਨ ਮਿਸ਼ਨ ਨੇ। ਇੱਕ ਤਾਂ ਜਿਹੜੇ ਸਾਡੇ ਜਵਾਨ ਬਜ਼ੁਰਗ ਦਿੱਲੀ ਬਾਰਡਰਾਂ ਦੇ ਉੱਤੇ ਕੜਾਕੇ ਦੀ ਸਰਦੀ ਦੇ ਵਿੱਚ ਧਰਨੇ ਦੇਣ ਦੇ ਕਰਕੇ ਸ਼ਹੀਦ ਹੋਏ ਨੇ। ਇੱਕ ਤਾਂ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਆਪਣੇ ਸ਼ਹਿਰ ਅੰਮ੍ਰਿਤਸਰ ਦੇ ਵੱਲੋਂ। ਔਰ ਦੂਸਰਾ ਤੁਸੀਂ ਵੇਖ ਸਕਦੇ ਇਸ ਗਲਾਂ ਦੇ ਵਿੱਚ ਅਸੀਂ ਸੰਗਲ ਪਾ ਕੇ ਜੰਜੀਰਾਂ ਪਾ ਕੇ ਕੇਂਦਰ ਦੀ ਸੁੱਤੀ ਹੋਈ ਸਰਕਾਰ ਜਿਹੜੀ ਕਿ ਕੁੰਭਕਰਨ ਦੀ ਨੀਂਦ ਸੁੱਤੀ ਹੈ, ਅਸੀਂ ਉਹਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਕਾਲੇ ਕਾਨੂੰਨ ਉਹਨਾਂ ਨੇ ਪਾਸ ਕੀਤੇ ਆਉਣ ਵਾਲੇ ਟਾਈਮ ਦੇ ਉੱਤੇ ਕਿਸਾਨਾਂ ਵਾਸਤੇ ਉਹ ਇਸ ਤਰ੍ਹਾਂ ਦੀ ਜੰਜੀਰਾਂ ਬਣ ਜਾਣਗੀਆਂ ਕਿ ਉਹ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਬਣ ਜਾਣਗੇ। ਉਹਨਾਂ ਦੇ ਜ਼ਮੀਨੀ ਮਾਲਕੀ ਹੱਕ ਖੋਹ ਲਿੱਤੇ ਜਾਣਗੇ, ਮੰਡੀਆਂ ਖਤਮ ਹੋ ਜਾਣਗੀਆਂ ਤੇ ਕਿਸਾਨਾਂ ਨੂੰ ਬੰਧਵਾ ਮਜ਼ਦੂਰੀ ਕਾਰਪੋਰੇਟ ਘਰਾਣਿਆਂ ਦੀ ਕਰਨੀ ਪਏਗੀ। ਗੱਲ ਕਰੀਏ ਪਿਛਲੇ ਦਿਨ ਤੁਸੀਂ ਪ੍ਰੋਟੈਸਟ ਕੀਤਾ ਸੀ ਮੋਦੀ ਸਰਕਾਰ ਦੇ ਖਿਲਾਫ ਮੱਝ ਗਾੜੀ ਬੀਮ ਵਜਾ ਕੇ, ਇਹ ਅੱਜ ਤੁਸੀਂ ਫਿਰ ਜਿਹੜਾ ਪ੍ਰੋਟੈਸਟ ਕੀਤਾ ਜੰਜੀਰਾਂ ਪਾ ਕੇ, ਕੀ ਲੱਗਦਾ ਬਾਰ-ਬਾਰ ਤੁਸੀਂ ਪ੍ਰੋਟੈਸਟ ਕਰ ਰਹੇ ਹੋ, ਪਰ ਸਾਡੇ ਜਿਹੜੇ ਕਿਸਾਨ ਵੀਰ ਨੇ ਦਿੱਲੀ ਵਿੱਚ ਬੈਠੇ ਨੇ ਉਹ ਵੀ ਧਰਨਿਆਂ ਤੇ ਬੈਠੇ ਨੇ, ਪਰ ਹਜੇ ਤੱਕ ਮੋਦੀ ਸਰਕਾਰ ਜਿਹੜੀ ਉਹ ਟਸ ਤਾਂ ਮਸ ਨਹੀਂ ਹੋ ਰਹੀ, ਅਜੇ ਵੀ ਅੜਾ ਰਵੱਈਆ ਵਾ। ਕੀ ਕਹਿਣਾ ਚਾਹੋਗੇ? ਮੈਨੂੰ ਤੁਸੀਂ ਚੀਜ਼ ਦੱਸੋ, ਸਰਕਾਰ ਨੂੰ ਸ਼ਰਮ ਨਹੀਂ ਆਉਂਦੀ ਕਿ ਆਮ ਜਨਤਾ ਇਹ ਕਦੀ ਮੱਝ ਅੱਗੇ ਬੀਨ ਵਜਾਣ ਡਈ ਹੈ, ਕਦੀ ਇਸ ਤਰ੍ਹਾਂ ਸੰਗਲ ਪਾ ਕੇ। ਤੁਹਾਨੂੰ ਯਾਦ ਹੋਏਗਾ ਇਸ ਤਰ੍ਹਾਂ ਦੇ ਸੰਘਰਸ਼ ਆਜ਼ਾਦੀ ਦੇ ਟਾਈਮ ਤੇ ਕੀਤੇ ਜਾਂਦੇ ਸੀ। ਸਾਡੇ ਜਵਾਨ ਜਿਹੜੇ ਆਜ਼ਾਦੀ ਦੇ ਅੰਦੋਲਨ ਦੇ ਵਿੱਚ ਇਸ ਤਰ੍ਹਾਂ ਦੇ ਸੰਘਰਸ਼ ਕਰਦੇ ਸੀ। ਅੱਜ 74-73 ਸਾਲ ਬਾਅਦ ਉਹੀ ਟਾਈਮ ਆ ਗਿਆ ਕਿ ਸਾਨੂੰ ਫਿਰ ਦੁਬਾਰਾ ਉਹ ਸੰਘਰਸ਼ ਕਰਨੇ ਪੈਣ ਡੇ ਆ। ਕੇਂਦਰ ਦੀ ਜਿਹੜੀ ਬੋਲੀ ਸਰਕਾਰ ਨੂੰ ਸੁਣਾਉਣ ਵਾਸਤੇ ਆਪਣੇ ਹੱਕ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਬਾਰਡਰਾਂ ਤੇ ਬੈਠੇ ਹੋਣ, ਦਿੱਲੀ, ਹਰਿਆਣਾ, ਯੂਪੀ, ਬਿਹਾਰ, ਹਿਮਾਚਲ ਦੇ, ਤੇ ਕੇਂਦਰ ਸਰਕਾਰ ਉਹਨਾਂ ਦੀ ਗੱਲ ਨਾ ਸੁਣੇ। ਮੈਨੂੰ ਤਾਂ ਇੱਕ ਚੀਜ਼ ਦੱਸੋ, ਮੈਂ ਇੱਕ ਚੀਜ਼ ਤੁਹਾਨੂੰ ਪੁੱਛਣਾ ਚਾਹੁੰਦਾ ਵਾਂ ਗਰੇਵਾਲ, ਮੋਦੀ ਸਾਹਿਬ ਨੂੰ ਮੋਦੀ ਕਿੰਨਾ ਬਣਾਇਆ? ਪ੍ਰਧਾਨ ਮੰਤਰੀ ਕੌਣ ਬਣਾਉਂਦਾ? ਗ੍ਰਹਿ ਮੰਤਰੀ ਕੌਣ ਬਣਾਉਂਦਾ? ਵੋਟਾਂ ਨਾਲ ਬਣਾਇਆ, ਲੋਕਾਂ ਦੀ ਵੋਟਾਂ ਦੇ ਨਾਲ ਹੀ ਤਾਂ ਬਣੇ ਆ। ਕਿਸਾਨਾਂ ਨੇ ਵੋਟਾਂ ਪਾ ਕੇ ਮੋਦੀ ਨੂੰ ਮੋਦੀ ਬਣਾਇਆ, ਤੇ ਅੱਜ ਉਹ ਮੋਦੀ ਸਾਹਿਬ ਕੋਲ ਇੰਨਾ ਟਾਈਮ ਨਹੀਂ ਕਿ ਕਿਸਾਨਾਂ ਦੇ ਕੋਲ ਆ ਕੇ ਗੱਲ ਸੁਣ ਲੈਣ ਔਰ ਆ ਕੇ ਉਹਨਾਂ ਦੇ ਬੰਦੇ ਕਿਸਾਨਾਂ ਨੂੰ ਬਿੱਲਾਂ ਦੇ ਫਾਇਦੇ ਸਮਝਾਉਂਦੇ। ਕਿਸਾਨ ਪੜ੍ਹੇ ਲਿਖੇ ਨੇ, ਸਮਝਦਾਰ ਨੇ। ਜਿਹੜੇ ਫੋਰਚੂਨਰਾਂ 'ਚ ਲੀਡਰ ਘੁੰਮਦੇ ਨਾ ਕਿਸਾਨ, ਉਹ ਪੱਠੇ ਢੋਂਦੇ ਉਹਨਾਂ 'ਚ। ਇਹਨਾਂ ਨੂੰ ਕਿਤੇ ਅਨਪੜ੍ਹ ਕੌਮ ਨਾ ਸਮਝੇ ਨਾ ਬੈਠਣ ਕੇਂਦਰ ਦੀ ਸਰਕਾਰ। ਇਹ ਪੜ੍ਹੇ ਲਿਖੇ ਨੇ, ਸਭ ਕੁਝ ਸਮਝਦੇ ਨੇ। ਤੁਸੀਂ ਗੱਲ ਕਰੋ, ਪਹਿਲੇ ਦਿਨ ਤੋਂ ਸਟੈਂਡ ਆ ਕਿਸਾਨਾਂ ਦਾ ਕਲੀਅਰ ਕਿ ਬਿੱਲ ਰੱਦ ਕਰਨੇ ਆ ਕਿ ਬਿੱਲ ਨਹੀਂ ਕਰਨੇ। ਸਾਨੂੰ ਇਹ ਦੱਸੋ, ਸਾਨੂੰ ਤੁਸੀਂ ਮੀਟਿੰਗਾਂ ਕਰਕੇ ਨਾ ਸਮਝਾਓ ਬਿੱਲ ਦਾ ਇਹ ਫਾਇਦਾ ਤੇ ਬਿੱਲ ਦਾ ਉਹ ਫਾਇਦਾ। ਪਰ ਕੀ ਕਹਿਣਾ ਚਾਹੋਗੇ ਇੰਨੀ ਠੰਡ ਦੇ ਬਾਵਜੂਦ ਸਾਡੇ ਜਿਹੜੇ ਉੱਥੇ ਵੀਰ ਨੇ, ਸਾਡੇ ਬਜ਼ੁਰਗ ਨੇ, 23 ਦੇ ਕਰੀਬ ਜਿਹੜੇ ਸ਼ਹੀਦ ਹੋ ਗਏ ਨੇ, ਪਰ ਹਜੇ ਵੀ ਮੋਦੀ ਸਰਕਾਰ ਜਿਹੜੀ ਆ ਉਹ ਟਸ ਤਾਂ ਮਸ ਨਹੀਂ ਹੋ ਰਹੀ ਨਾ। ਤੇ ਸਾਡੇ ਜਿਹੜੇ ਉੱਥੇ ਜਿਹੜੇ ਕਿਸਾਨ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰ ਨੂੰ ਕੋਈ ਮੁਆਵਜ਼ਾ ਕਿਸੇ ਤਰ੍ਹਾਂ ਦਾ, ਕਿਸੇ ਮਾਲੀ ਸਹਾਇਤਾ ਜਿਹੜੀ ਦਿੱਤੀ ਜਾਵੇ। ਕੀ ਕਹਿਣਾ ਚਾਹੋਗੇ? ਦੋ ਗੱਲਾਂ ਵੀਰ ਜੀ ਇਹਦੇ ਚੰਗੀਆਂ। ਇੱਕ ਤਾਂ ਮੋਦੀ ਸਰਕਾਰ ਦੀ ਕਹਿੰਦੇ ਟਸ ਤੋਂ ਮਸ ਨਹੀਂ ਹੋਈ, ਤੇ ਦੂਸਰੀ ਗੱਲ ਜਿਹੜੀ ਪਹਿਲਾਂ ਕੀਤੀ ਹੈ, ਜਿਹੜੇ ਸਾਡੇ ਜਵਾਨ ਜਾਂ ਬਜ਼ੁਰਗ ਜਿਹੜੇ ਸ਼ਹੀਦ ਹੋਏ ਆ,
ਇਹਦਾ ਕਾਲਕ ਕਿਹਦੇ ਸਿਰ ਤੇ ਆ? ਇਹਦੀ ਕਾਲਕ ਜਿਹੜੀ ਹੈ ਕੇਂਦਰ ਸਰਕਾਰ ਦੇ ਮੂੰਹ ਤੇ ਲੱਗੀ ਹੈ ਕਿ ਬੇਗੁਨਾਹ 23 ਬੰਦੇ ਸ਼ਹੀਦ ਹੋ ਜਾਣ ਤੇ ਕੇਂਦਰ ਸਰਕਾਰ ਉਹਨਾਂ ਦੀ ਕੋਈ ਗੱਲ ਦੀ ਸੁਣਵਾਈ ਨਾ ਕਰੇ। ਇਹਦੀ ਕਾਲਕ ਕੇਂਦਰ ਸਰਕਾਰ ਦੇ ਮੂੰਹ ਤੇ ਆ। ਔਰ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਮੋਦੀ ਟਸ ਤੋਂ ਮਸ ਨਹੀਂ ਹੋਇਆ, ਤੁਹਾਨੂੰ ਲੱਗਦਾ ਕਿ ਮੋਦੀ ਟਸ ਤੋਂ ਮਸ ਨਹੀਂ ਆ? ਮੋਦੀ ਦੇ ਗੱਲ ਕਹਿੰਦੇ ਦਿੱਲੀ ਦੇ ਜਾ ਕੇ ਹਲਕ ਦੇ ਵਿੱਚ ਬਾਂਹ ਪਾਤੀ ਕਿਸਾਨਾਂ ਨੇ ਤੇ ਪੰਜਾਬ ਦੇ ਲੋਕਾਂ ਨੇ ਤੇ ਉਹਨੂੰ ਸਾਹ ਨਹੀਂ ਆਣ ਡਿਆ। ਦਿੱਲੀ ਘੇਰੀ ਪਈ, ਸਾਰੇ ਕੇਂਦਰ ਦੀ ਸਰਕਾਰ ਕਵੇ ਨਾ ਕਵੇ, ਲੀਡਰ ਕਹਿਣ ਨਾ ਕਹਿਣ, ਸਾਰੀ ਦੁਨੀਆ ਨੂੰ ਨਹੀਂ ਦਿਖ ਰਿਹਾ। ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਜਾ ਕੇ ਧਰਨਿਆਂ 'ਤੇ ਬੈਠੇ ਆ ਤੇ ਵਿਪਤਾ ਪਾਈ ਦਿੱਲੀ ਨੂੰ। ਜੇ ਇਹ ਸੋਧ ਕਰਨ ਵਾਲੇ ਪਾਸੇ ਆ ਗਏ ਨਾ ਵੀਰ ਜੀ, ਤੇ ਇੱਕ ਤੁਹਾਨੂੰ ਮੈਂ ਚੀਜ਼ ਦੱਸਦਾ, ਕਿਸਾਨਾਂ ਨੇ ਨਹੀਂ ਜੇ ਮੁੜਨਾ। ਕੇਂਦਰ ਸਰਕਾਰ ਦੇ 4 ਸਾਲ ਨੇ, ਸਰਕਾਰ ਤੇ ਬਦਲ ਜਾਣੀ, ਕਿਸਾਨ ਤੇ ਨਹੀਂ ਬਦਲ ਜਾਣੇ 4 ਸਾਲ ਬਾਅਦ। ਕਿਸਾਨਾਂ ਨੇ ਕਿਸਾਨ ਹੀ ਰਹਿਣਾ, ਉੱਥੇ 4 ਸਾਲ ਧਰਨਾ ਦੇਣਾ ਪਏਗਾ, ਕੱਟ ਲੈਣਗੇ ਔਖੇ ਚੁੱਕੇ 4 ਸਾਲ। ਉਸ ਤੋਂ ਬਾਅਦ ਫਿਰ ਬੀਜੇਪੀ ਪੰਜਾਬ 'ਚ ਇੱਕ ਸੀਟ ਜਿੱਤ ਕੇ ਵਹਾਵੇ। ਬੀਜੇਪੀ ਦੇ ਮਨ 'ਚ ਸ਼ਾਇਦ ਇੱਕ ਚੀਜ਼ ਹੈਗੀ ਆ ਕਿ ਪੰਜਾਬ ਦੀ ਸੀਟਾਂ ਦੀ ਕੋਈ ਗੱਲ ਨਹੀਂ, 2-4 ਸੀਟਾਂ ਨਹੀਂ ਵੀ ਜਿੱਤੀਆਂ ਜਾਣਗੀਆਂ ਤੇ ਕੋਈ ਗੱਲ ਨਹੀਂ, ਤੇ ਕੋਈ 5-10 ਸੀਟਾਂ ਨਾ ਵੀ ਜਿੱਤਾਂਗੇ ਤੇ ਕੋਈ ਗੱਲ। ਪਰ ਪੰਜਾਬ ਦਾ ਇੱਕ ਬੜਾ ਵੱਡਾ ਇਤਿਹਾਸ ਰਿਹਾ ਵਾ। ਪੰਜਾਬ ਦੇਸ਼ ਦੀ ਰਾਜਨੀਤੀ 'ਚ ਬੜਾ ਵੱਡਾ ਅਹਿਮ ਯੋਗਦਾਨ ਦਿੰਦਾ। ਜਦ ਤੇ ਆਉਂਦੀ ਕੁਰਬਾਨੀਆਂ ਦੀ ਗੱਲ ਤਾਂ ਕੇਂਦਰ ਦੀ ਜ਼ਾਲਮ ਸਰਕਾਰ ਨੂੰ ਪੰਜਾਬ ਦੀ ਯਾਦ ਆ ਜਾਂਦੀ ਹੈ ਕਿ ਪੰਜਾਬ ਦੇ ਜਵਾਨ ਸ਼ਹੀਦ ਆ। ਕੋਈ ਗੱਲ ਨਹੀਂ, ਆਪਾਂ 1947 ਦੀ ਗੱਲ ਕਰੀਏ, ਪੰਜਾਬ ਨੇ ਸੰਤਾਪ ਸਭ ਤੋਂ ਵੱਡਾ ਹੰਢਾਇਆ ਆਜ਼ਾਦੀ ਦੇ ਬਟਵਾਰੇ ਦਾ। ਉਸ ਤੋਂ ਬਾਅਦ 62 ਦੇ ਵਿੱਚ ਜੰਗ ਲੜੀ ਚਾਈਨਾ ਦੇ ਨਾਲ, ਪੰਜਾਬ ਦੇ ਜਵਾਨ ਸਭ ਤੋਂ ਜ਼ਿਆਦਾ ਸ਼ਹੀਦ ਹੋਏ, ਕਿਸਾਨੀਆਂ ਦਾ ਨੁਕਸਾਨ ਹੋਇਆ। ਉਸ ਤੋਂ ਬਾਅਦ 65 ਨਾਲ ਪਾਕਿਸਤਾਨ ਦੀ ਜੰਗ ਆਈ, ਫਿਰ 71 'ਚ ਅਸੀਂ ਪਾਕਿਸਤਾਨ ਨਾਲ ਜੰਗ ਲੜੀ, 84 ਹੰਢਾਈ ਪੰਜਾਬ ਨੇ ਆਪਣੇ ਸੀਨੇ ਦੇ ਉੱਤੇ ਲੀਡਰਾਂ ਦੇ ਕਰਕੇ। ਉਸ ਤੋਂ ਬਾਅਦ ਕਾਰਗਿਲ ਆਈ 2002 'ਚ। ਫਿਰ ਤੁਸੀਂ ਹੁਣ ਇਹ ਤਾਂ ਸਾਡੇ ਤਾਜ਼ਾ ਸਾਡੇ ਸਾਹਮਣੇ ਹੋਇਆ ਪਠਾਨਕੋਟ ਹਮਲਾ, ਪੁਲਵਾਮਾ ਦੇ ਵਿੱਚ ਜਿਹੜੇ ਸਾਡੇ ਜਵਾਨ ਸ਼ਹੀਦ ਕੀਤੇ ਆਰਮੀ ਦੇ, ਕਿੱਥੋਂ ਦੇ? ਉਹ ਕੀ ਗੱਲ ਕੇਂਦਰ ਦੀ ਸਰਕਾਰ ਨੇ ਚਾਈਨਾ ਤੋਂ ਮੰਗਾਏ ਸੀਗੇ? ਪੰਜਾਬ ਦੀ ਧਰਤੀ ਦੇ ਵਿੱਚੋਂ ਹੀ ਜੰਮੇ ਪੰਜਾਬ ਦੇ ਕਿਸਾਨਾਂ ਦੇ ਪੁੱਤ ਸੀ ਜਿਹੜੇ ਬਾਰਡਰਾਂ 'ਤੇ ਸ਼ਹੀਦ ਹੋ ਗਏ ਆ। ਪੰਜਾਬ ਕੇਂਦਰ ਦੀ ਸਰਕਾਰ ਨਾ ਭੁੱਲੇ, ਸਾਡੇ ਇੱਕ ਸਿਰ ਦੇ ਉੱਤੇ ਚਾਈਨਾ ਬੈਠਾ, ਇੱਕ ਦੇ ਉੱਤੇ ਬੈਠਾ ਪਾਕਿਸਤਾਨ। ਉਹਨਾਂ ਨੂੰ ਲੋਹੇ ਦੀ ਕੰਧ ਅੱਗੇ ਜੇ ਕੋਈ ਦੇ ਸਕਦਾ, ਉਹ ਕਿਸਾਨ ਤੇ ਪੰਜਾਬ ਦਾ ਨੌਜਵਾਨ ਦੇ ਸਕਦਾ। ਕੇਂਦਰ ਦੀ ਸਰਕਾਰ ਯੋਗਾ ਕਰਕੇ ਲੜ ਲੇਗੀ ਉਹਨਾਂ ਨਾਲ, ਉੱਥੇ ਚਾਈਨਾ ਨਾਲ ਤੇ ਪਾਕਿਸਤਾਨ ਨਾਲ। ਦੱਸੇ ਸਾਨੂੰ ਉੱਥੇ ਜਦੋਂ ਕੁਰਬਾਨੀਆਂ ਦਾ ਟਾਈਮ ਆਉਂਦਾ ਤੇ ਪੰਜਾਬ ਅੱਗੇ ਮੂਹਰੇ ਕਰ ਦਿੰਦੇ ਸਿਰ ਦੇਣ ਨੂੰ। ਤੇ ਜੇ ਅੱਜ ਪੰਜਾਬ ਨੇ ਆਪਣੇ ਹੱਕ ਮੰਗ ਲਏ ਤੇ ਉਹਨਾਂ ਨੂੰ ਡਾਂਗਾ ਮਾਰਦੇ ਆ, ਉਹਨਾਂ ਦੇ ਆਂਸੂ ਗੈਸ ਦੇ ਗੋਲੇ ਛੱਡਦੇ ਆ। ਕਦੀ ਕਹਿੰਦੇ ਉਹ ਮਾਓਵਾਦੀਆਂ ਦੇ ਹੱਥਾਂ 'ਚ ਚਲੇ ਗਏ, ਕਈ ਕੀ ਸਮਝਿਆ ਦੀ ਕਿਸਾਨਾਂ ਨੂੰ? ਪੜ੍ਹੇ ਲਿਖੇ ਕਿਸਾਨ ਇੱਦਾਂ ਹੀ ਮਾਓਵਾਦੀਆਂ ਦੇ ਹੱਥ ਚਲੇ ਗਏ, ਕਦੀ ਖਾਲਸਾਨੀਆਂ ਦੇ ਹੱਥ। ਇਹ ਤੁਸੀਂ ਗੱਲ ਕਰੋ ਬਿੱਲਾਂ ਦੀ, ਬਿੱਲ ਰੱਦ ਕਰਨੇ ਪੈਣੇ ਆ, ਤੁਹਾਨੂੰ ਮੰਨਣੀ ਪੈਣੀ ਹੈ ਗੱਲ। ਜਿੰਨਾ ਮਰਜ਼ੀ ਜ਼ੋਰ ਲਾ ਲਓ, ਨਾ ਮੁੜਨਾ ਜੇ ਪੰਜਾਬ ਨੇ। ਦੂਸਰੀ ਗੱਲ ਵੀਰ ਜੀ, ਮੈਨੂੰ ਇੱਕ ਚੀਜ਼ ਦੱਸੋ, ਅਸੀਂ ਸਾਰੇ ਪੜ੍ਹੇ ਲਿਖੇ ਹਾਂ, ਤੁਸੀਂ ਵੀ ਇੱਥੇ ਪੜ੍ਹੇ ਲਿਖੇ। ਸਰਕਾਰ ਦਾ ਕੰਮ ਕੀ ਹੁੰਦਾ? ਸਰਕਾਰ ਦਾ ਕੰਮ ਹੁੰਦਾ ਲੋਕਾਂ ਨੂੰ ਰੋਜ਼ਗਾਰ ਦੇਣਾ, ਬੱਚਿਆਂ ਨੂੰ ਐਜੂਕੇਸ਼ਨ ਦੇਣੀ, ਬਜ਼ੁਰਗਾਂ ਨੂੰ ਦਵਾਈਆਂ ਦੀ ਦਾਰੂ ਦਾ ਇੰਤਜ਼ਾਮ ਕਰਨਾ, ਦਵਾਈਆਂ ਦੇਣੀਆਂ, ਨੌਜਵਾਨਾਂ ਨੂੰ ਰੋਜ਼ਗਾਰ ਦੇਣਾ। ਤੇ ਕੇਂਦਰ ਸਰਕਾਰ ਕਰ ਕੀ ਰਹੀ ਹੈ? GST ਠੋਕ ਦਿਓ, ਦੇਸ਼ ਤਬਾਹ, ਇਕੋਨਮੀ ਸਾਡੀ ਜ਼ੀਰੋ। ਇਹ ਉਸ ਤੋਂ ਬਾਅਦ ਨੋਟਬੰਦੀ ਲਾ ਦਿਓ, ਜਿਹੜਾ ਲੋਕਾਂ 2-4 ਪੈਸੇ ਜੋੜੇ ਸੀ ਮਿੱਟੀ ਹੋ ਗਏ। ਉਸ ਤੋਂ ਬਾਅਦ 1 ਸਾਲ ਤਕਰੀਬਨ ਹੋ ਚੱਲਿਆ ਸਾਨੂੰ, ਕਰੋਨਾ ਨਾਲ ਮਰਦੇ ਲੋਕ, ਭੁੱਖੇ ਮਰਨ ਦੇ, ਲੋਕਾਂ ਕੋਲ ਰੁਪਈਆ ਖਾਣ ਨੂੰ ਨਹੀਂਗਾ। ਸਰਕਾਰ ਨੂੰ ਐ ਨਹੀਂ ਦਿਖਦਾ ਜੋਰ ਠੋਕਿਆ ਵਾ ਤੇ ਬਿੱਲਾਂ ਦੇ ਉੱਤੇ 3 ਬਿੱਲਾਂ, ਇੰਨਾ ਜ਼ੋਰ ਕਿਤੇ ਮੋਦੀ ਸਰਕਾਰ ਜਿੰਨਾ ਜ਼ੋਰ ਬਿੱਲਾਂ ਪਾਸ ਕਰਨ ਤੇ ਲਾਤਾ ਨਾ, ਜੇ ਇਹ ਤੋਂ 20% ਜ਼ੋਰ ਕਿਤੇ ਸਰਕਾਰ ਦੇਸ਼ ਨੂੰ ਚੁੱਕਣ ਤੇ ਲਾਉਂਦੀ ਨਾ, ਤੇ ਅੱਜ ਅਸੀਂ ਅਮਰੀਕਾ ਦੀ ਬਰਾਬਰੀ ਕਰ ਲੈਂਦੇ। ਮਜ਼ਾਕ ਨਾ ਸਮਝਿਓ ਇਸ ਚੀਜ਼ ਨੂੰ। ਜਿੰਨਾ ਸਰਕਾਰਾਂ ਨੇ ਜ਼ੋਰ 3 ਬਿੱਲ ਪਾਸ ਕਰਨ ਨੂੰ ਲਾਇਆ, ਇੰਨਾ ਜ਼ੋਰ ਕਿਤੇ ਦੇਸ਼ ਦੇ ਉੱਤੇ ਲਾਇਆ ਹੁੰਦਾ, ਦੇਸ਼ ਦੀ ਇਕੋਨਮੀ ਸਾਰੀ ਦੁਨੀਆ ਦੇ ਉੱਤੇ ਨੰਬਰ 1 ਜਾਣੀ ਸੀ ਹਿੰਦੁਸਤਾਨ ਦੀ। ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਜਿੱਥੇ ਕਿ ਨੌਜਵਾਨਾਂ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਗਿਆ ਵਾ, ਉੱਥੇ ਬੱਚੇ ਵੀ ਸਾਡੇ ਨਾਲ ਦਿਖਾਈ ਦੇ ਰਹੇ ਆ, ਬੱਚਿਆਂ ਨਾਲ ਗੱਲਬਾਤ ਕਰਦੇ ਆ। ਬੇਟਾ ਨਾਮ ਕੀ ਤੁਹਾਡਾ? ਅਕਸ਼ਦੀਪ ਸਿੰਘ ਜੀ। ਤੇ ਬੇਟਾ ਕੀ ਤੁਸੀਂ ਹੱਥਾਂ 'ਚ ਜੰਜੀਰਾਂ ਕਿਉਂ ਪਾਈਆਂ ਤੁਸੀਂ ਜਿਹੜੀਆਂ? ਇਹ ਕਿਸਾਨਾਂ ਦੇ ਧਰਨੇ ਕਰਕੇ ਜਾਂ ਮੋਦੀ ਹੱਕ ਨਹੀਂ ਦਿੰਦੇ ਉਹਨਾਂ ਨੂੰ, ਇਸ ਕਰਕੇ ਪਈਆਂ ਆਪਾਂ ਜੰਜੀਰਾਂ। ਉਹਨੂੰ ਦੱਸਣਾ ਚਾਹੁੰਦੇ ਆ ਆਪਾਂ ਹੀ ਕੁਝ ਕਰ ਸਕਦੇ ਗਏ ਆ। ਪਰ ਕੀ ਲੱਗਦਾ ਤੁਸੀਂ ਜਿਹੜੇ ਜੰਜੀਰਾਂ ਪਾ ਕੇ ਆਪਣੇ ਆਪ ਨੂੰ ਗੁਲਾਮ ਦੱਸਿਆ ਵੀ ਅਸੀਂ ਗੁਲਾਮ ਹੈਗੇ ਆ, ਕੀ ਕਹਿਣਾ ਚਾਹੋਗੇ? ਆਪਾਂ ਕਿਸੇ ਗੁਲਾਮ ਨਹੀਂ ਗਏ, ਆਪਾਂ ਆਪਣੀ ਫੌਜ ਹੈਗੀ। ਨਿਹੰਗ ਸਿੰਘ ਕਹਿੰਦੇ ਜਿਹੜੇ ਗੁਰੂ ਦੀ ਲਾਡਲੀ ਫੌਜ, ਉੱਧਰ ਹੀ ਅੱਗੇ ਬੈਠੇ ਕਿਸਾਨ ਬਜ਼ੁਰਗ ਬੈਠੇ ਕੰਬਲ ਲੈ ਬਿਨਾਂ, ਠੀਕ ਆ। ਮੋਦੀ ਕਹਿੰਦੇ ਇੱਕ ਬੰਦੇ ਨੂੰ ਕਹਿੰਦੇ ਅੰਨਾ ਤੇ ਕਹਿੰਦੇ ਬਹਿਰਾ, ਮੋਦੀ ਦੋਨੋਂ ਗਾਇਆ। ਜਾਂ ਘਰ ਬਾਹਰ ਉਹਦੇ ਬੂਹਾ ਖੜਕਾਉਂਦੇ ਪਏ ਆ, ਠੀਕ ਆ। ਉਹ ਸੁਣਦਾ ਆ, ਅਨਸੁਣਾ ਕਰ ਦਿੰਦਾ, ਬਹਿਰਾ ਹੋ ਜਾਂਦਾ ਆ। ਜੇਕਰ ਵੇਖਦਾ ਅੰਨਾ ਹੋ ਜਾਂਦਾ ਆ, ਵੇਖਦਾ ਹੀ ਨਹੀਂ ਗਾ, ਵੇਖ ਕੇ ਵੀ ਛੱਡ ਦਿੰਦਾ ਆ। ਜੇਕਰ ਆਪਾਂ ਆਪਣੇ ਕਰਨ ਤੇ ਆ ਗਏ ਨਾ ਤਾਂ ਫਿਰ ਮੋਦੀ ਬਚਣਾ ਨਹੀਂ ਗਾ ਜੀ। ਪਰ ਕੀ ਲੱਗਦਾ ਮੋਦੀ ਕਿਉਂ ਨਹੀਂ ਆਖੇ ਲੱਗ ਰਿਹਾ, ਕਿਉਂ ਪੰਜਾਬੀਆਂ ਨਾਲ ਇਸ ਤਰ੍ਹਾਂ ਵਿਤਕਰਾ ਕਰ ਰਿਹਾ, ਕਿਉਂ ਇਹਨਾਂ ਨੂੰ ਤੰਗ ਕਰ ਰਿਹਾ? ਸਾਡੇ ਬਜ਼ੁਰਗ ਉੱਥੇ ਬੈਠੇ ਨੇ, ਨੌਜਵਾਨ ਬੈਠੇ ਨੇ, ਸਾਡੇ ਕਈ ਜਿਹੜੇ ਬਜ਼ੁਰਗ ਜਿਹੜੇ ਸ਼ਹੀਦ ਵੀ ਹੋ ਗਏ ਨੇ 23 ਦੇ ਕਰੀਬ। ਕਿਉਂ ਬਾਰ-ਬਾਰ ਮੋਦੀ ਜਿਹੜਾ ਕਿਉਂ ਨਹੀਂ ਆਖੇ ਲੱਗ ਰਿਹਾ? ਕਿਉਂਕਿ ਉਹਨੇ ਹੱਕ ਹੀ ਨਹੀਂ ਦੇਣਾ। ਜੇਕਰ ਉਹਨੇ ਹੱਕ ਦੇਤਾ ਤਾਂ ਉਹਦਾ ਨੁਕਸਾਨ ਹੋ ਜਾਣਾ ਆ, ਠੀਕ ਆ। ਉਹਦਾ ਨੁਕਸਾਨ ਹੋ ਗਿਆ। ਹਾਂਜੀ ਨਾ ਬੋਲੋ। ਉਹਨੇ ਹੱਕ ਨਹੀਂ ਦਿੱਤਾ ਤਾਂ ਫਿਰ ਉਹਦਾ ਨੁਕਸਾਨ ਹੋਣਾ। ਉਹਨੇ ਨੁਕਸਾਨ ਹੋਣ ਕਰਕੇ ਉਸਨੂੰ ਫਾਇਦਾ ਵੇਖਣਾ ਆਪਣਾ। ਉਹਨੇ ਲੋਕਾਂ ਦੀ ਜਾਨ ਦੀ ਕੁਝ ਹੁੰਦੇ ਉਹ ਨਹੀਂ ਵੇਖਣਾ ਮੋਦੀ ਨੇ। ਉਹਨੇ ਆਪਣਾ ਫਾਇਦਾ ਵੇਖਣਾ ਹੈਗਾ। ਉਹ ਮੈਨੂੰ ਇਹ ਹੁੰਦਾ ਮੋਦੀ ਨੇ ਇਹ ਨਹੀਂ ਵੇਖਣਾ ਕਿ ਲੋਕ ਦੀ ਜਾਨ ਜਾਂਦੀ। ਜਦ ਉਹਦੇ ਠੰਡ ਵਿੱਚ ਫੌਜੀ ਬੈਠੇ ਕਹਿੰਦਾ ਉਹ ਵੇਖਦਾ ਪਿਆ ਉਹਨੂੰ, ਠੀਕ ਹੈ। ਹਿੰਦੂ ਫੌਜੀ ਬੈਠੇ, ਜਦ ਸਿੱਖ ਫੌਜੀ ਉੱਧਰ ਮਰਦੇ ਪਏ ਉਹਨੇ ਉਹ ਨਹੀਂ ਵੇਖਿਆ।
ਹਿੰਦੂ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ, ਸਿੱਖ ਫੌਜੀਆਂ ਨੂੰ ਦਿੱਤੀ ਉਹਨੇ ਸ਼ਰਧਾਂਜਲੀ। ਤੁਸੀਂ ਦੱਸੋ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਜਿੱਥੇ ਕਿ ਨੌਜਵਾਨਾਂ ਨਾਲ ਗੱਲਬਾਤ ਕੀਤੀ ਕਿ ਉੱਥੇ ਜਿਹੜੇ ਬੱਚਿਆਂ ਨੇ ਸਾਡੇ ਨਾਲ ਗੱਲਬਾਤ ਕੀਤੀ। ਸਾਡਾ ਹੋਰ ਹੀ ਗੱਲਬਾਤ ਕਰਨ ਤਿਆਰ ਹੈ। ਭਾਈ ਸਾਹਿਬ ਕੀ ਕਹਿਣਾ ਚਾਹੋਗੇ ਜਿਹੜਾ ਪ੍ਰੋਟੈਸਟ ਕਰ ਰਹੇ ਅੱਜ? ਇਹ ਪ੍ਰੋਟੈਸਟ ਬੜੀ ਦੇਰ ਦਾ ਹੋ ਰਿਹਾ ਵਾ। ਇਹਨਾਂ ਕੇਂਦਰ ਸਰਕਾਰ ਦੇ ਕਰਨ ਦੇ ਕੋਈ ਜੂਨ ਨਹੀਂ ਸਰਕਰੀ, ਕੋਈ ਇਹਨਾਂ ਨੂੰ ਸੁਣਵਾਈ ਨਹੀਂ ਗੀ। ਇਹ ਕੋਆਪਰੇਟ ਘਰਾਣਿਆਂ ਦੇ ਹੱਥਾਂ ਤੇ ਚੜੇ ਹੋਏ ਆ। ਕੋਈ ਦੇਸ਼ ਦੇ ਹਿੱਤ ਨਾਲ ਇਹਨਾਂ ਨੂੰ ਕੋਈ ਪਿਆਰ ਨਹੀਂ, ਕੋਈ ਕਿਸਾਨ ਨਾਲ ਕੋਈ ਪਿਆਰ ਨਹੀਂ। ਇਹ ਜਦੋਂ ਕਹਿੰਦਾ ਮੈਂ ਕਿਸਾਨ ਦੇ ਨਾਲ ਆ, ਮੈਂ ਹਰ ਕਿਸਾਨ ਦੇ ਨਾਲ ਆ, ਮੈਂ ਆਪ ਕਿਸਾਨ ਆ, ਮੈਂ ਥੈਲਾ ਚੁੱਕ ਕੇ ਚਲ ਜਾਵਾਂ, ਨਾ ਕੋਈ ਥੈਲਾ, ਨਾ ਕੋਈ ਲੈਣਾ, ਨਾ ਕੋਈ ਦੇਣਾ। ਅੱਜ ਇਹਨਾਂ ਦੇ ਘਰ ਦੇ ਵਿੱਚ ਮੋਹਰੇ ਬੂਹੇ ਦੇ ਬਹਿ ਕੇ ਆਪਾਂ ਰੋਣਾ ਪਿੱਟਣਾ ਕਰਦੇ ਪਏ ਕਿ ਸਰ ਜੀ ਸਾਡੀ ਗੱਲ ਸੁਣੋ, ਸਾਹਿਬ ਜੀ ਸਾਡੀ ਗੱਲ ਸੁਣੋ। ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਇਹ ਕਦੀ ਗੁਜਰਾਤ ਕਿਤੇ ਹੋਰ ਕਿਸਾਨਾਂ ਦੇ ਨਾਲ ਮੀਟਿੰਗਾਂ ਕਰਕੇ ਦੱਸਦਾ ਪਿਆ ਕਿਸਾਨ ਬੜੇ ਖੁਸ਼ ਹੈ ਜੀ। ਜੇ ਖੁਸ਼ ਹੋਣ ਤੇ ਕਿਸਾਨ ਇਸ ਤਰ੍ਹਾਂ ਰੋਣ? ਇੰਨੀ ਠੰਡ ਦੇ ਵਿੱਚ ਬਾਹਰ ਪੈਰ ਬਹੁਤ ਪਤਾ ਲੱਗ ਜਾਂਦਾ ਕਿ ਭਾਵੇਂ ਦੇ ਵਿਚਾਰੇ ਕਿਸਾਨ ਖੁੱਲੇ ਅਸਮਾਨ ਦੇ ਥੱਲੇ ਆ ਕੇ ਆਹ ਕਰ ਰਹੇ ਆ, ਇਹਨਾਂ ਨੂੰ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਸਰਕਾਰ ਵੱਲੋਂ ਵੀ ਕਿਹਾ ਜਾਂਦਾ ਵੀ ਉਹ ਜਿਹੜੇ ਕਿਸਾਨ ਨਹੀਂ ਹੈਗੇ ਉਹ ਸਿਆਸੀ ਬੰਦੇ ਨੇ, ਕਿਸਾਨ ਸਾਡੇ ਨਾਲ ਆ, ਕਿਸਾਨ ਸਾਡੇ ਹਿੱਤ 'ਚ ਆ। ਕੀ ਕਹਿਣਾ ਚਾਹੋਗੇ? ਤੁਸੀਂ ਵੇਖਿਆ ਹੋਣਾ ਪਿਛਲੇ ਦਿਨੀ ਖੱਟਰ ਸਰਕਾਰ ਜਦੋਂ ਇਹਨਾਂ ਕੋਲ ਰੋਕਾ ਲਾ ਕੇ ਸਾਰੇ ਕਿਸਾਨਾਂ ਨੂੰ ਰੋਕਦੇ ਬਾਵਜੂਦ ਇਸ ਤੱਕ ਪਹੁੰਚ ਗਏ। ਜੇ ਇਹ ਕਿਸਾਨ ਨਹੀਂ ਇਹ ਤੇ ਇਹ ਕਿੱਥੋਂ ਆਏ? ਵਾਹਿਗੁਰੂ ਜੀ, ਇਹਨਾਂ ਨੂੰ ਕੋਈ ਸੁਣਵਾਈ ਨਹੀਂ। ਸਾਡੇ ਅੱਖਾਂ 'ਚ ਅੰਦਰੂ ਆ, ਹੁਣ ਵੀ ਤੁਸੀਂ ਵੇਖ ਸਕਦੇ ਹੋ ਇੰਨਾ ਬੁਰਾ ਹਾਲ ਇਹਨਾਂ ਨੇ ਕਰ ਦਿੱਤਾ ਵਾ। ਆਮ ਆਦਮੀ ਬਣ ਹੀ ਆਮ ਬੰਦੇ ਆ, ਸਾਡੇ ਆਮ ਬੰਦਿਆਂ ਦੇ ਸਰਕਾਰਾਂ ਨੂੰ ਇਹ ਨਹੀਂ ਸੁਣਵਾਈ ਹੋ ਰਹੀ। ਕੀ ਕਰਨਾ? ਕਿਸਾਨ ਕੀ ਆ? ਕਿਸਾਨ ਬੰਦੇ ਆ, ਅਸੀਂ ਜਾਨਵਰ ਤਾਂ ਨਹੀਂ ਆਖਰ। ਅਸੀਂ ਇੱਥੋਂ ਜੰਮੇ, ਇੱਥੇ ਬਣੇ, ਸਾਡਾ ਸਾਰਾ ਰੂਲ ਇੱਥੋਂ ਦਾ ਪੰਜਾਬ ਦੇ ਨਾਲ ਅਸੀਂ ਸਾਰਾ ਵਿਤਕਰਾ ਕੀਤਾ। ਸਾਡਾ ਪੰਜਾਬ ਪਿੱਛੇ, ਪੰਜਾਬ ਕੀ ਹੈ? ਪੰਜਾਬ ਹਮੇਸ਼ਾ ਦੇਣਾ ਆਇਆ। ਜਦੋਂ ਕੋਈ ਲੋੜ ਪਈ ਕਿਸਾਨ ਨੇ ਵੱਧ ਤੋਂ ਵੱਧ, ਬੰਦਿਆਂ ਨੇ ਵੱਧ ਤੋਂ ਵੱਧ, ਹਰ ਚੀਜ਼ ਵੱਧ ਯੋਗਦਾਨ ਪਾਇਆ। ਹੁਣ ਵੀ ਸਾਡੇ ਨਾਲ ਸਾਰੇ ਜਿੰਨੀ ਪਾਪੂਲੇਸ਼ਨ, ਜਿੰਨੇ ਜਵਾਨ ਹੈਗੇ ਆ, ਜਿੰਨੇ ਸਾਡੇ ਯੂਥ ਹੈਗਾ, ਸਾਰਾ ਸਾਡੇ ਨਾਲ ਇੱਕ ਲੱਗੇ। ਸਿਰਫ ਇੱਕ ਸਰਕਾਰ ਨੂੰ ਨਹੀਂ ਪਤਾ ਲੱਗਦਾ ਪਿਆ ਕਿ ਨਹੀਂ ਆ ਜੋ ਇਹਨਾਂ ਨੇ ਮਨ 'ਚ ਵਿਚਾਰਿਆ ਕਿ ਨਹੀਂ ਨੰਨਾ ਫੜਿਆ। ਇਸ ਕਰਕੇ ਇਹ ਬਹੁਤ ਬੁਰਾ ਹਾਲ ਹੈਗਾ। ਇਹ ਜਲਦੀ ਤੋਂ ਜਲਦੀ ਛੁਟਕਾਰਾ ਕਰਨ, MST ਬੰਦ ਕਰਕੇ ਤੇ ਵਾਪਸ ਲੈਣ ਕਾਨੂੰਨ। ਬਸ ਇਹੀ ਇਹੋ ਬੇਨਤੀ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਜਿੱਥੇ ਕਿ ਨੌਜਵਾਨਾਂ ਵੱਲੋਂ ਗੱਲਬਾਤ ਕੀਤੀ ਗਈ। ਨੌਜਵਾਨਾਂ ਨੇ ਜਿਹੜਾ ਪ੍ਰੋਟੈਸਟ ਕੀਤਾ ਅੱਜ ਅੰਮ੍ਰਿਤਸਰ ਵਿੱਚ, ਗਲਾਂ ਵਿੱਚ ਜਿਹੜੀਆਂ ਜੰਜੀਰਾਂ ਪਾ ਕੇ ਮੋਦੀ ਸਰਕਾਰ ਦੇ ਖਿਲਾਫ, ਉੱਥੇ ਬੱਚਿਆਂ ਨੇ ਵੀ ਗੱਲਬਾਤ ਕੀਤੀ ਅਤੇ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਹਨਾਂ ਨੇ ਮੋਦੀ ਸਰਕਾਰ ਦੇ ਖਿਲਾਫ ਜਿਹੜੀ ਲਾਹਨਤਾਂ ਪਾਈਆਂ ਨੇ ਅਤੇ ਉਹਨਾਂ ਕਿਹਾ ਵੀ ਮੋਦੀ ਸਰਕਾਰ ਜਿਹੜੀ ਆ ਕਾਲੇ ਕਾਨੂੰਨ ਜਿਹੜੇ ਬਿੱਲ ਨੇ ਉਹ ਵਾਪਸ ਲਵੇ, ਨਹੀਂ ਤਾਂ ਇਸੇ ਤਰ੍ਹਾਂ ਜਿਹੜਾ ਸੰਘਰਸ਼ ਹੈ ਪੰਜਾਬੀਆਂ ਦਾ ਉਹ ਚੱਲਦਾ ਰਹੇਗਾ। ਅੰਮ੍ਰਿਤਸਰ ਤੋਂ ਰਸਮੀ ਮੀਡੀਆ ਲਈ ਹਰਜੀਤ ਗਰੇਵਾਲ ਦੀ ਖਾਸ ਰਿਪੋਰਟ। ਹਰ ਕੋਈ ਇਹੋ ਚਾਹੁੰਦਾ ਕਿ ਇਹ ਕਾਨੂੰਨ ਜਿਹੜੇ ਉਹ ਰੱਦ ਕੀਤੇ ਜਾਣ। ਤਾਂ ਅੰਮ੍ਰਿਤਸਰ ਦੇ ਵਿੱਚ ਵੱਖ ਤਰੀਕੇ ਦੇ ਨਾਲ ਜ਼ਿਲ੍ਹਾ ਵਿੱਚ ਹੋਇਆ ਸਰਦਾਰ ਸ਼ਹੀਦ ਹੋਏ ਨੇ। ਵਾਪਸ ਲਓ ਇਸ ਅੰਦੋਲਨ ਦੇ ਵਿੱਚ, ਵਾਪਸ ਲਓ ਤਾਂ ਇਸ ਅੰਦੋਲਨ ਦੀ ਵਾਪਸ ਲਓ। ਸਾਡਾ ਕਿਸਾਨ ਸਾਡਾ ਮਾਣ, ਸਾਡਾ ਕਿਸਾਨ ਸਾਡਾ ਮਾਣ, ਸਾਡਾ ਕਿਸਾਨ ਸਾਡਾ ਮਾਣ, ਸਾਡਾ ਕਿਸਾਨ ਸਾਡਾ ਮਾਣ। ਕਾਲੇ ਕਾਨੂੰਨ ਵਾਪਸ ਲਓ, ਕਾਲੇ ਕਾਨੂੰਨ ਵਾਪਸ ਲਓ, ਵਾਪਸ ਲਓ। प्यार करना या छुड़वाना, वशीकरण, लव मैरिज, प्रेमी नूं मनाउणा, घर वाले मनाउणा, पति पत्नी विच झगड़ा, आपसी अणबण, सस नूं दा झगड़ा, किसी दा बेटा किसी दूसरे दे कहने च है या किसी दी बेटी किसी दूसरे दे कहने च है, प्रेमी प्रेमिका च अणबण, विदेश यात्रा, लॉटरी स्पैशलिस्ट। किसी भी समस्या दे लई फोन करो, हर समस्या दा समाधान सिर्फ 3 घंटे विच। विश्व प्रसिद्ध बाबा हरदीप जी गोल्ड मैडलिस्ट नूं फोन करो जिन्हां दा नंबर है 950112 84753। ते देर किस गल दी, हुणे बाबा हरदीप जी नूं कॉल लगाओ, समाधान पाओ जिन्हां दा नंबर है 950112 84753। जी हाँ,